ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਕਲਗੀਧਰ ਪਾਤਸ਼ਾਹ ਦੇ ਸਿਖਰਲੇ 52 ਬਚਨ ਵਿੱਚ ਆਪ ਸਭ ਦਾ ਸਵਾਗਤ। ਕਲਗੀਧਰ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਦੀ ਮੰਗ ਦੇ ਉੱਤੇ ਸਿੱਖਾਂ ਦੇ ਭਲੇ ਦੇ ਲਈ ਭਵਿੱਖ ਦੇ ਲਈ ਇੱਕ ਤਰ੍ਹਾਂ ਦੀ ਸੇਧ ਦੇਣ ਦੇ ਲਈ ਇਹ 52 ਬਚਨ ਪੂਰੇ ਗੁਰਮਤ ਜਿਹੜਾ ਫਲਸਫਾ ਸੀਗਾ ਉਹਦੇ ਸਿਧਾਂਤਾਂ ਨੂੰ ਬੜੇ ਸਰਲ ਭਾਸ਼ਾ ਦੇ ਵਿੱਚ ਬੜੇ ਸੌਖੇ ਅੰਦਾਜ਼ ਦੇ ਬੜੇ ਸੰਖੇਪ ਦੇ ਵਿੱਚ ਆਖੇ ਸਨ। ਇਹਨਾਂ 52 ਬਚਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਔਰ ਇਹਨਾਂ 52 ਬਚਨਾਂ ਦੀ ਗੱਲ ਕਰਦਿਆਂ ਕਰਦਿਆਂ ਆਪਾਂ 28ਵੇਂ ਬਚਨ ਤੇ ਪਹੁੰਚੇ ਹਾਂ। 28ਵਾਂ ਬਚਨ ਹੈ ਕਿ ਸਿੱਖ ਨੇ ਰਾਜਨੀਤੀ ਪੜ੍ਹਨੀ ਹੈ। ਸਿੱਖ ਨੇ ਰਾਜਨੀਤੀ ਪੜ੍ਹਨੀ ਹੈ, ਰਾਜਨੀਤੀ ਨੂੰ ਸਮਝਣਾ ਹੈ ਔਰ ਰਾਜਨੀਤੀ ਨੂੰ ਪੜ੍ਹ ਕੇ ਰਾਜਨੀਤੀ ਨੂੰ ਸਮਝ ਕੇ ਰਾਜਨੀਤਿਕ ਤੌਰ ਤੇ ਵਿਚਰਨਾ ਵੀ ਹੈ। ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਉਹਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਨਹੀਂ ਬਣਾਉਣਾ। ਤਾਂ ਰਾਜਨੀਤੀ ਪੜ੍ਹਨੀ ਹੈ, ਰਾਜਨੀਤੀ ਸਮਝਣੀ ਹੈ ਤੇ ਰਾਜਨੀਤਿਕ ਤੌਰ ਤੇ ਵਿਚਰਨਾ ਵੀ ਹੈ। ਜਿਹੋ ਜਿਹੀਆਂ ਸਰਕਾਰਾਂ ਹੋਣ, ਜਿਹੋ ਜਿਹਾ ਸਮਾਂ ਹੋਵੇ, ਰਾਜਨੀਤਿਕ ਤੌਰ ਤੇ ਓਡੇ ਹੀ ਬਲਵਾਨ ਹੋ ਕੇ ਵਿਚਰਨਾ। ਤੇ ਬਚਨ ਸਤਿਗੁਰ ਦਾ ਅਸਲ ਵਿੱਚ ਬਹੁਤ ਵੱਡਾ ਭੇਦ ਛੁਪਾਈ ਬੈਠਾ ਕਿਸੇ ਕੌਮ ਦੇ ਭਵਿੱਖ ਬਾਰੇ। ਆਪਾਂ ਆਪਣੇ ਆਲੇ ਦੁਆਲੇ ਜਰਾ ਨਿਗਾਹ ਮਾਰ ਕੇ ਦੇਖੀਏ, ਮਨੁੱਖ ਦੀ ਬਿਰਤੀ ਦੀ ਗੱਲ ਕਰੀਏ, ਥੋੜੀ ਚੰਗੇ ਮਨੁੱਖਾਂ ਦੀ ਬਿਰਤੀ ਦੀ ਗੱਲ ਕਰੀਏ। ਆਲੇ ਦੁਆਲੇ ਨਿਗਾਹ ਮਾਰੋ, ਲੋਕਾਂ ਦਾ ਆਚਾਰ ਵਿਹਾਰ ਦੇਖੋ। ਜਿਹੜੇ ਲੋਕ ਧਰਮੀ ਆ ਉਹ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੇ ਲਈ ਬੇਸ਼ੱਕ ਕਰਮਕਾਂਡ ਤਾਂ ਲੱਖ ਕਰਦੇ ਹੋਣ, ਪੁੰਨਦਾਨ ਤਾਂ ਲੱਖਾਂ ਦਾ ਕਰਦੇ ਹੋਣ, ਪਰ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੇ ਲਈ ਰਾਜਨੀਤੀ ਨੂੰ ਕੈਰੀ ਅੱਖ ਨਾਲ ਵੇਖਦੇ ਆ ਤੇ ਆਮ ਹੀ ਕਹਿ ਦਿੰਦੇ ਆ। ਨਿਗਾਹ ਮਾਰੋ ਜਰਾ ਆਲੇ ਦੁਆਲੇ। ਜਿਹੜਾ ਧਰਮੀ ਪੁਰਸ਼ ਹੋਏਗਾ, ਜਿਹੜਾ ਧਰਮ ਦੇ ਨਾਲ ਜੁੜਿਆ ਹੋਇਆ ਬੰਦਾ ਹੋਏਗਾ, ਉਹ ਬਹੁਤ ਗਿਣਤੀ ਚੰਗਾ ਭਲਾ ਇਨਸਾਨ ਹੋਏਗਾ। ਸਮਾਜ ਦੇ ਵਿੱਚ ਉਹਦੀ ਚੰਗੀ ਪੁੱਛ ਪ੍ਰਤੀਤ ਵੀ ਹੋਏਗੀ, ਪਰ ਕਹੂਗਾ ਮੈਨੂੰ ਰਾਜਨੀਤੀ ਨਹੀਂ ਆਉਂਦੀ ਜੀ। ਸਿਆਣਾ ਬੈੜਾ ਇਨਸਾਨ, ਸਮਾਜ 'ਚ ਪੁੱਛ ਪ੍ਰਤੀਤ ਵਾਲਾ ਇਨਸਾਨ, ਜਿਹੜਾ ਧਰਮੀ ਕਹਾਉਣਾ ਚਾਹੁੰਦਾ, ਜਿਹੜਾ ਧਰਮੀ ਇਨਸਾਨ ਹੈ, ਉਹ ਕਹੇਗਾ ਮੈਨੂੰ ਰਾਜਨੀਤੀ ਨਹੀਂ ਆਉਂਦੀ ਜੀ। ਰਾਜਨੀਤੀ ਨੂੰ ਏਦਾਂ ਜਿੱਦਾਂ ਚਿਮਟੇ ਨੇ ਚੱਕ ਕੇ ਪਾਸੇ ਕਰਨਾ, ਮੈਨੂੰ ਹੱਥ ਲਾਤਾ ਤੇ ਪਤਾ ਨਹੀਂ ਕੀ ਹੋ ਜਾਏਗਾ। ਏਦਾਂ ਦਾ ਵਿਹਾਰ ਦੇਖਿਆ ਗਿਆ ਸਮਾਜ ਦੇ ਵਿੱਚ, ਖਾਸ ਕਰਕੇ ਸਿੱਖ ਸਮਾਜ ਤਾਂ ਹੈ ਹੀ ਹੈ ਕਿ ਸਾਨੂੰ ਰਾਜਨੀਤੀ ਨਹੀਂ ਆਉਂਦੀ ਜੀ। ਅਜਿਹਾ ਕਹਿਣ ਵਿੱਚ ਉਹ ਵਡਿਆਈ ਵੀ ਮਹਿਸੂਸ ਕਰਦਾ ਕਿ ਮੈਂ ਤਾਂ ਜੀ ਬੜਾ ਧਰਮੀ ਆ, ਮੈਂ ਤਾਂ ਰਾਜਨੀਤੀ ਕਰਦਾ ਹੀ ਨਹੀਂ। ਮੈਂ ਤਾਂ ਜੀ ਬੜਾ ਧਰਮੀ ਆ, ਮੈਂ ਤਾਂ ਜੀ ਕਿਸੇ ਧੜੇਬੰਦੀ 'ਚ ਕਿਸੇ ਰਾਜਨੀਤੀ 'ਚ ਪੈਂਦਾ ਹੀ ਨਹੀਂ। ਪਰ ਜਿਹਨੂੰ ਰਾਜਨੀਤੀ ਨਹੀਂ ਆਉਂਦੀ, ਸੱਚ ਕਰਕੇ ਜਾਣਿਓ, ਉਹਨੂੰ ਹੋਰ ਕੁਛ ਵੀ ਨਹੀਂ ਆਉਂਦਾ। ਜੋ ਮਰਜ਼ੀ ਕਰੀ ਜਾਵੇ, ਜਿਹਨੇ ਰਾਜਨੀਤੀ ਨਹੀਂ ਸਮਝੀ ਉਹ ਹੋਰ ਕੁਝ ਸਮਝ ਹੀ ਨਹੀਂ ਸਕਦਾ। ਕਾਰਨ ਕੀ ਆ? ਕਾਰਨ ਇਹ ਆ ਕਿ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਕਿਸੇ ਮਨੁੱਖ ਦੀ ਜ਼ਿੰਦਗੀ ਦਾ ਫੈਸਲਾ, ਕਿਸੇ ਮਨੁੱਖੀ ਭਾਈਚਾਰੇ ਦੇ ਬਾਰੇ ਵੱਡਾ ਫੈਸਲਾ, ਕਿਸੇ ਕੌਮ ਦੇ ਬਾਰੇ ਵੱਡਾ ਫੈਸਲਾ, ਕਿਸੇ ਇਲਾਕੇ ਦੇ ਬਾਰੇ ਵੱਡਾ ਫੈਸਲਾ, ਕਿਸੇ ਦੇਸ਼ ਦੇ ਬਾਰੇ, ਕਿਸੇ ਸੂਬੇ ਦੇ ਬਾਰੇ ਵੱਡਾ ਫੈਸਲਾ ਰਾਜਨੀਤੀ ਕਰਦੀ ਆ, ਰਾਜਨੀਤਿਕ ਲੋਕ ਕਰਦੇ ਆ। ਔਰ ਉਹ ਲੋਕ ਕਰਦੇ ਆ ਜਿਨ੍ਹਾਂ ਕੋਲ ਰਾਜਨੀਤਿਕ ਤਾਕਤ ਹੁੰਦੀ ਆ, ਜਿਨ੍ਹਾਂ ਕੋਲ ਰਾਜਨੀਤਿਕ ਸੋਝੀ ਹੁੰਦੀ ਔਰ ਜਿਨ੍ਹਾਂ ਕੋਲ ਨਾਲ ਨਾਲ ਰਾਜਨੀਤਿਕ ਸ਼ਕਤੀ ਵੀ ਹੁੰਦੀ। ਤੇ ਜੇ ਤੁਹਾਡੇ ਫੈਸਲੇ ਇੱਕ ਮਨੁੱਖ ਤੋਂ ਲੈ ਕੇ ਭਾਈਚਾਰੇ ਤੱਕ, ਕੌਮ ਤੱਕ, ਇਲਾਕੇ ਤੱਕ, ਦੇਸ਼ ਤੱਕ ਰਾਜਨੀਤੀ ਦੇ ਕਰਨੇ ਆ, ਰਾਜਨੀਤਿਕ ਲੋਕਾਂ ਨੇ ਕਰਨੇ ਆ, ਉਹਨਾਂ ਲੋਕਾਂ ਨੇ ਕਰਨੇ ਜਿਨ੍ਹਾਂ ਕੋਲ ਰਾਜਨੀਤਿਕ ਸ਼ਕਤੀ ਆ। ਤੇ ਤੁਸੀਂ ਜਦੋਂ ਕਹਿੰਦੇ ਮੈਨੂੰ ਰਾਜਨੀਤੀ ਨਹੀਂ ਆਉਂਦੀ, ਤਾਂ ਮਤਲਬ ਤੁਸੀਂ ਕੀ ਕਹਿ ਰਹੇ ਆਪਣੇ ਆਪ ਨੂੰ? ਕੀ ਕਹਿ ਰਹੇ ਆਪਣੇ ਆਪ? ਤੁਸੀਂ ਬਹੁਤ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਬਹੁਤ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਗੱਲ ਕਹਿ ਕੇ। ਇਹ ਗੱਲ ਇੱਕੋ ਇੱਕ ਸ਼ਬਦ ਕਹਿਣ ਦਾ ਮਤਲਬ ਹੈ ਵੀ ਤੁਸੀਂ ਝੁੱਡੂ ਕਿਸਮ ਦੇ ਇਨਸਾਨ ਹੈ। ਔਰ ਸਤਿਗੁਰੂ ਜੀ ਇਹ ਗੱਲ ਸਮਝਦੇ ਆ। ਸਤਿਗੁਰੂ ਨਹੀਂ ਚਾਹੁੰਦੇ ਕਿ ਉਹਦਾ ਸਿੱਖ ਝੁੱਡੂ ਰਹੇ। ਸਤਿਗੁਰੂ ਚਾਹੁੰਦੇ ਉਹਦਾ ਸਿੱਖ ਸਿਆਣਾ ਹੋਵੇ, ਸਤਿਗੁਰੂ ਚਾਹੁੰਦੇ ਉਹਦਾ ਸਿੱਖ ਤਾਕਤਵਰ ਹੋਵੇ, ਸਤਿਗੁਰੂ ਚਾਹੁੰਦੇ ਉਹਦੇ ਸਿੱਖ ਕੋਲ ਹਰ ਤਰ੍ਹਾਂ ਦੀ ਸਮਰੱਥਾ ਹੋਵੇ। ਤੇ ਇਸੇ ਕਰਕੇ ਸਤਿਗੁਰੂ ਕਹਿੰਦੇ ਸਿੱਖ ਨੇ ਰਾਜਨੀਤੀ ਪੜ੍ਹਨੀ ਆ। ਤੇ ਰਾਜਨੀਤੀ ਪੜ੍ਹਨੀ ਸਿਰਫ ਪੜ੍ਹਨ ਲਈ ਨਹੀਂ ਪੜ੍ਹਨੀ, ਰਾਜਨੀਤੀ ਸਮਝਣੀ ਆ। ਔਰ ਸਮਝਣ ਲਈ ਨਹੀਂ ਸਮਝਣੀ, ਰਾਜਨੀਤੀ ਕਰਨੀ ਵੀ ਆ।
ਪਰ ਜਿਹੜੀਆਂ ਕੌਮਾਂ ਰਾਜਨੀਤੀ ਤੋਂ ਸੱਖਣੀਆਂ ਹੋ ਜਾਂਦੀਆਂ ਉਹਨਾਂ ਕੌਮਾਂ ਦਾ ਭਵਿੱਖ ਕੋਈ ਬਹੁਤ ਵੱਡਾ ਨਹੀਂ ਹੁੰਦਾ, ਬਹੁਤ ਵਧੀਆ ਭਵਿੱਖ ਨਹੀਂ ਹੁੰਦਾ। ਔਰ ਫਿਰ ਉਹਨਾਂ ਕੌਮਾਂ ਦੇ ਵਿੱਚੋਂ ਜਿਹੜੇ ਲੋਕ ਥੋੜ੍ਹੀ ਵਾਲੀ ਰਾਜਨੀਤੀ ਕਰਨ ਲੱਗ ਪੈਂਦੇ ਆ, ਜਿਹੜੇ ਲੋਕ ਥੋੜ੍ਹੀ ਵਾਲੀ ਰਾਜਨੀਤੀ ਸਮਝਣ ਲੱਗ ਪੈਂਦੇ, ਬਾਕੀ ਪੂਰੀ ਦੀ ਪੂਰੀ ਕੌਮ ਨੂੰ ਝੁੱਡੂ ਸਮਝ ਕੇ ਉਹ ਆਪਣੇ ਸਵਾਰਥਾਂ ਦੇ ਲਈ ਆਪਣੀਆਂ ਜਾਇਦਾਦਾਂ ਬਣਾਉਣਗੇ, ਆਪਣੇ ਪਰਿਵਾਰਾਂ ਦੀਆਂ ਗੱਲਾਂ ਕਰਨਗੇ, ਆਪਣੇ ਹੀ ਪਰਿਵਾਰਾਂ ਦੇ ਵਿੱਚੋਂ ਗਾਂ ਰਾਜਨੀਤਿਕ ਲੋਕ ਲੈ ਕੇ ਆਉਣਗੇ ਤੇ ਆਮ ਲੋਕਾਂ ਦੇ ਹਾਲਤ ਦਲਿੱਦਰੀਆਂ ਵਾਲੀ ਹੋ ਜਾਏਗੀ। ਆਮ ਲੋਕਾਂ ਦੀ ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਜਾਣਗੇ, ਉਸ ਇਲਾਕੇ ਦੇ ਹਾਲਾਤ ਮਾੜੇ ਹੁੰਦੇ ਜਾਣਗੇ। ਸਿੱਖਾਂ ਨਾਲ ਇਹ ਕੁਛ ਹੋ ਰਿਹਾ, ਪਰ ਦੁਨੀਆ ਭਰ ਦੀਆਂ ਸਾਰੀਆਂ ਕੌਮਾਂ ਨਾਲ ਇਹ ਕੁਛ ਹੋ ਰਿਹਾ ਜਿਹੜੀਆਂ ਰਾਜਨੀਤੀ ਤੋਂ ਸਿੱਖਣੀਆਂ। ਰਾਜਨੀਤਿਕ ਵਿਗਾੜ ਹੀ ਉਦੋਂ ਪੈਦਾ ਹੁੰਦੇ ਆ ਜਦੋਂ ਆਮ ਲੋਕ ਰਾਜਨੀਤੀ ਤੋਂ ਦੂਰ ਚਲੇ ਜਾਂਦੇ, ਰਾਜਨੀਤੀ ਨੂੰ ਸਮਝਦੇ ਨਹੀਂ, ਰਾਜਨੀਤੀ ਕਰਦੇ ਨਹੀਂ, ਰਾਜਨੀਤੀ ਦੀਆਂ ਬਰੀਕੀਆਂ ਨੂੰ ਨਹੀਂ ਜਾਣਦੇ। ਔਰ ਸਤਿਗੁਰੂ ਇਸੇ ਕਰਕੇ ਕਹਿੰਦੇ ਸਿੱਖ ਨੇ ਰਾਜਨੀਤੀ ਪੜ੍ਹਨੀ ਆ, ਪਹਿਲਾਂ ਪੜ੍ਹਨੀ ਆ, ਸਮਝਣੀ ਆ, ਫਿਰ ਰਾਜਨੀਤੀ ਕਰਨੀ ਆ। ਸਾਡੇ ਉਲਟਿਆ, ਸਾਡੇ ਰਾਜਨੀਤੀ ਕਰਦੇ ਹੈ ਲੋਕ, ਇਹ ਵੀ ਗੱਲ ਹੈ। ਰਾਜਨੀਤੀ ਜਿਹੜੇ ਕਰਦੇ ਰਾਜਨੀਤੀ ਕਰਦੇ ਆ, ਪਰ ਨਾ ਉਹਨਾਂ ਰਾਜਨੀਤੀ ਪੜ੍ਹੀ ਆ, ਨਾ ਰਾਜਨੀਤੀ ਸਮਝੀ ਆ। ਉਹ ਸਿਰਫ ਆਪਣੇ ਹੀ ਭਰਾਵਾਂ ਨੂੰ, ਆਪਣੀ ਕੌਮ ਦਾ ਨੁਕਸਾਨ ਕਰਨ ਨੂੰ ਰਾਜਨੀਤੀ ਸਮਝੀ ਜਾਂਦੇ ਆ। ਔਰ ਜਿਹੜੀ ਗੁਰੂ ਸਾਹਿਬ ਨੇ ਗੱਲ ਵਰਤੀ ਨਾ ਪੜ੍ਹਿਆ ਲਿਖਿਆਂ ਦੇ ਉੱਤੇ, ਬਿਲਕੁਲ ਉਹ ਗੱਲ ਇਹਨਾਂ ਤੇ ਲਾਗੂ ਹੁੰਦੀ ਹੈ ਕਿ ਹਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜ੍ਹਿਆ ਨਾਓ, ਫਾਂਦੀ ਲੱਗੀ ਜਾਤ ਫਾਹਣ ਅੱਗੇ ਨਹੀਂ ਥਾਂ। ਪਰ ਜਾਤ ਫਸੇਗੀ ਕਿਉਂ? ਫਾਂਦੀ ਤੁਸੀਂ ਫਸੇਗੋ ਕਿਉਂ? ਕਿਉਂਕਿ ਤੁਹਾਨੂੰ ਰਾਜਨੀਤੀ ਨਹੀਂ ਆਉਂਦੀ, ਤੁਸੀਂ ਰਾਜਨੀਤੀ ਨਹੀਂ ਪੜ੍ਹੀ, ਤੁਸੀਂ ਰਾਜਨੀਤੀ ਨੂੰ ਨਹੀਂ ਜਾਣਿਆ। ਸੋ ਰਾਜਨੀਤੀ ਪੜ੍ਹਨੀ ਹੈ, ਜਾਣਨੀ ਹੈ। ਔਰ ਭਾਰਤੀ ਲੋਕਾਂ ਦਾ ਤਾਂ ਇੰਨਾ ਬੁਰਾ ਹਾਲ ਸੀ। ਗੁਰੂ ਨਾਨਕ ਸਾਹਿਬ ਨੇ ਜਦੋਂ ਆ ਕੇ ਸਿੱਖ ਧਰਮ ਦੀ ਨੀਂਹ ਰੱਖੀ, ਸਿੱਖ ਧਰਮ ਨੂੰ ਸਰਬਪੱਖੀ ਗਿਆਨ ਵਾਲਾ ਧਰਮ ਬਣਾਇਆ। ਰਾਜਨੀਤੀ ਵੀ ਗੱਲ ਗੁਰੂ ਨਾਨਕ ਸਾਹਿਬ ਨੇ ਨਾਲ ਕੀਤੀ। ਜਦੋਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਦੋਂ 239 ਵਰ੍ਹੇ ਦਾ ਲੰਮਾ ਸਮਾਂ ਲੱਗਾ ਮਨੁੱਖ ਨੂੰ ਮਨੁੱਖ ਬਣਾਉਣ ਦੇ ਲਈ, ਉਦੋਂ ਦੀ ਜੇ ਕਿਤੇ ਉਸ ਤੋਂ ਪਹਿਲਾਂ ਜਾ ਕੇ ਹਾਲਾਤ ਦੇਖੀਏ ਤਾਂ ਭਾਰਤ ਦੀ ਗੁਲਾਮੀ ਦਾ ਕਾਰਨ ਹੀ ਇੱਕੋ ਸੀ ਕਿ ਭਾਰਤ ਦੇ ਲੋਕਾਂ ਦੇ ਜਿਹੜੇ ਸਿਆਣੇ ਲੋਕ ਸਨ, ਜਿਹੜੇ ਪੜ੍ਹੇ ਲਿਖੇ ਲੋਕ ਸਨ, ਉਹਨਾਂ ਨੇ ਆਪਣੇ ਸਵਾਰਥ ਦੇ ਲਈ ਆਮ ਲੋਕਾਂ ਨੂੰ ਰਾਜਨੀਤੀ ਤੋਂ ਦੂਰ ਕਰ ਦਿੱਤਾ ਸੀ। ਆਮ ਲੋਕਾਂ ਨੂੰ ਰਾਜਨੀਤੀ ਤੋਂ ਦੂਰ ਕਰਕੇ, ਰਾਜਨੀਤੀ ਪੜ੍ਹਨ ਤੋਂ ਦੂਰ ਕਰਕੇ, ਰਾਜਨੀਤੀ ਸਮਝਣ ਤੋਂ ਦੂਰ ਕਰਕੇ, ਰਾਜਨੀਤੀ ਕਰਨ ਤੋਂ ਦੂਰ ਕਰਕੇ ਉਹਨਾਂ ਨੂੰ ਸਿਰਫ ਕਾਮੇ ਬਣਾਤਾ, ਸ਼ੂਦਰ ਬਣਾਤਾ ਕਿ ਤੁਸੀਂ ਕੰਮ ਹੀ ਕਰਨਾ, ਬਸ ਮਜ਼ਦੂਰ ਬਣਾਤਾ, ਬਸ ਗੁਲਾਮ ਬਣਾਤਾ ਬਸ। ਤੇ ਜਦੋਂ ਵੱਡਾ ਹਿੱਸਾ ਇਦਾਂ ਗੁਲਾਮ ਬਣ ਗਿਆ, ਵੱਡਾ ਹਿੱਸਾ ਰਾਜਨੀਤੀ ਤੋਂ ਸਖਣਾ ਹੋ ਗਿਆ, ਤੇ ਫਿਰ ਦੇਸ਼ ਗੁਲਾਮ ਹੋਣਾ ਸ਼ੁਰੂ ਹੋ ਗਿਆ। ਆਪਣੇ ਭਰਾਵਾਂ ਨੂੰ ਗੁਲਾਮ ਕਰਦੇ ਕਰਦੇ ਹਿੰਦੁਸਤਾਨ ਦਾ ਫਿਲਾਸਫਰ ਜਿਹੜਾ ਸੀਗਾ, ਉਹਨੇ ਆਪਣੇ ਭਰਾਵਾਂ ਨੂੰ ਗੁਲਾਮ ਕਰਦਿਆਂ ਉਹਨੂੰ ਵਰਗਾਂ ਦੇ ਵਿੱਚ ਵੰਡ ਦਿੱਤਾ, ਵਰਨਾਂ ਦੇ ਵਿੱਚ ਵੰਡ ਦਿੱਤਾ, ਉਹਨੂੰ ਰਾਜਨੀਤੀ ਤੋਂ ਰੱਖਣਾ ਕਰ ਦਿੱਤਾ। ਤੇ ਬਾਹਰ ਜਦੋਂ ਹਮਲਾਵਰ ਰਾਜਨੀਤੀ ਨੂੰ ਜਾਣਨ ਵਾਲੇ ਚੜ੍ਹ ਕੇ ਆਏ ਤੇ ਉਹਨਾਂ ਨੇ ਪੂਰੇ ਦੇਸ਼ ਨੂੰ ਗੁਲਾਮ ਕਰਤਾ। ਜਿਹੜੀਆਂ ਕੌਮਾਂ ਆਪਣੇ ਭਰਾਵਾਂ ਨੂੰ ਗੁਲਾਮ ਕਰਦੀਆਂ ਨੇ, ਆਪਣੇ ਵਰਗਾਂ ਨੂੰ, ਬਾਕੀਆਂ ਨੂੰ ਗੁਲਾਮ ਕਰਦੀਆਂ ਨੇ, ਉਹ ਕਦੀ ਬਾਅਦ 'ਚ ਦੂਸਰਿਆਂ ਦਾ ਗੁਲਾਮ ਹੋ ਜਾਂਦੀਆਂ ਨੇ। ਇਸੇ ਕਰਕੇ ਸ਼ਾਇਦ ਸ਼ੇਖ ਸਾਦੀ ਨੇ ਆਖਿਆ ਸੀ ਕਿ ਜੇ ਤੂੰ ਚਾਹੁੰਦਾ ਹੈ ਕਿ ਦੁਨੀਆ ਦੇ ਸਾਹਮਣੇ ਸਿਰ ਉੱਚਾ ਚੱਕ ਕੇ ਤੁਰੇ ਤਾਂ ਫਿਰ ਸਭ ਤੋਂ ਪਹਿਲਾਂ ਉਸ ਪਰਵਰਦਗਾਰ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਝੁਕ ਜਾਈ, ਤੇ ਫਿਰ ਜਿਹੜਾ ਪਰਿਵਾਰ ਹੈ, ਤੇਰੇ ਜਿਹੜੇ ਮਿੱਤਰ ਨੇ, ਉਹਨਾਂ ਦੇ ਮੂਹਰੇ ਝੁਕ ਕੇ ਰਹੀਂ। ਤੂੰ ਮਿੱਤਰਾਂ ਦੇ ਮੂਹਰੇ ਝੁਕ ਕੇ ਰਹੇਗਾ, ਤੈਨੂੰ ਬਗਾਨਿਆਂ ਦੇ ਮੂਹਰੇ ਝੁਕਣ ਦੀ ਲੋੜ ਨਹੀਂ ਪੈਗੀ। ਤੂੰ ਮਿੱਤਰਾਂ ਦੇ ਮੂਹਰੇ ਅੜੇਗਾ, ਤੈਨੂੰ ਬਗਾਨੇ ਆ ਕੇ ਝੁਕਾ ਲੈਣਾ। ਤੂੰ ਮਿੱਤਰਾਂ ਤੋਂ ਸਿੱਖਣਾ ਆ ਜਾਏ, ਇਕੱਲਾ ਬੰਦਾ ਥੋੜਾ ਵੱਡਾ ਹੋ ਸਕਦਾ। ਔਰ ਭਾਰਤ ਦੇ ਵਿੱਚ ਇਹੀ ਹੋਇਆ। ਅਸੀਂ ਆਪਣਿਆਂ ਨੂੰ ਮਾਰਦੇ ਮਕਾਉਂਦੇ, ਆਪਣਿਆਂ ਨੂੰ ਨਵਾਉਂਦੇ, ਆਪਣਿਆਂ ਨੂੰ ਸ਼ੂਦਰ ਬਣਾਉਂਦੇ, ਆਪਣੇ ਭਰਾਵਾਂ ਨੂੰ ਰਾਜਨੀਤੀ ਤੋਂ ਸਖਣਾ ਕਰਦੇ, ਤਾਕਤਾਂ ਤੋਂ ਸਖਣਾ ਕਰਦੇ ਪੂਰਾ ਭਾਰਤ ਦੇਸ਼ ਜਿਹੜਾ ਭਾਰਤੀ ਮਹਾਦੇਸ਼ ਜਿਹੜਾ ਸੀ, ਉਹਦੇ ਵਿੱਚੋਂ ਕਈ ਦੇਸ਼ ਬਣਵਾਤੇ, ਛਾਂ ਦਿੱਤਾ ਪੂਰੀ। ਕਸੂਰਵਾਰ ਉਹ ਲੋਕ ਨੇ ਜਿਨ੍ਹਾਂ ਨੇ ਫਲਸਫਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਗੱਲ ਸਮਝੀ ਸੀ। ਗੁਰੂ ਨਾਨਕ ਸਾਹਿਬ ਨੇ ਗੱਲ ਸਮਝ ਕੇ ਪਹਿਲਾਂ ਤਾਂ ਵਰਗ ਵੰਡ ਦੇ, ਵਰਨ ਵੰਡ ਦੇ ਖਿਲਾਫ ਵੀ ਗੱਲ ਆਖੀ, ਤੇ ਫਿਰ ਨਾਲ ਆਖਿਆ ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਵੀ ਸੁਚੇਤ ਹੋਣਾ ਹੈ, ਕਿਉਂਕਿ ਧਰਮ ਦੇ ਨਾਂ ਤੇ ਤੁਹਾਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾ ਰਿਹਾ ਹੈ। ਸੋ ਤੁਸੀਂ ਰਾਜਨੀਤਿਕ ਤੌਰ ਤੇ ਵੀ ਸੁਚੇਤ ਹੋਣਾ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਉਹ ਐਵੇਂ ਨਹੀਂ ਕਹੀ, ਗੁਰੂ ਨਾਨਕ ਸਾਹਿਬ ਨੇ ਆਪਣੇ ਅੱਖੀਂ ਦੇਖਿਆ। ਔਰ ਗੁਰੂ ਨਾਨਕ ਸਾਹਿਬ ਨੇ ਬਾਬਰਵਾਣੀ 'ਚ ਉਹਦਾ ਜ਼ਿਕਰ ਕੀਤਾ, ਆਪਾਂ ਪਿਛਲੇ ਐਪੀਸੋਡ 'ਚ ਉਹਦਾ ਵਰਣਨ ਕਰਕੇ ਵੀ ਆਏ ਹਾਂ ਕਿ ਦੇਸ਼ ਭਾਰਤ ਇੱਥੋਂ ਦੇ ਲੋਕਾਂ ਦਾ, ਭਾਰਤ ਵਾਸੀਆਂ ਦਾ, ਇੱਥੋਂ ਦੇ ਜੰਮੇ ਜਾਏ ਲੋਕਾਂ ਦਾ, ਉਹ ਬੇਸ਼ੱਕ ਹਿੰਦੂ ਹੋਵੇ, ਬੇਸ਼ੱਕ ਬੋਧੀ ਹੋਵੇ, ਬੇਸ਼ੱਕ ਜਾਨੀ ਹੋਵੇ, ਬੇਸ਼ੱਕ ਸਿੱਖ ਹੋਵੇ, ਜਿਨ੍ਹਾਂ ਦਾ ਸੱਭਿਆਚਾਰ, ਜਿਨ੍ਹਾਂ ਦਾ ਧਰਮ ਉੱਥੇ ਪਲਿਆ, ਪਰ ਉਹਦੇ ਕਾਬਜ ਹੋਣ ਦੇ ਲਈ ਗੁਰੂ ਨਾਨਕ ਸਾਹਿਬ ਦੇ ਵੇਲੇ ਲੜ ਕੌਣ ਰਹੇ ਸਨ? ਦੇਸ਼ ਉੱਤੇ ਕਾਬਜ ਸਨ ਪਠਾਨ, ਉਹਨਾਂ ਨੂੰ ਪਾਸੇ ਕਰਨ ਦੇ ਲਈ ਮੁਗਲ ਚੜ੍ਹ ਕੇ ਆ ਰਹੇ ਸਨ, ਦੋਨੇ ਇਸਲਾਮ ਨੂੰ ਮੰਨਣ ਵਾਲੇ, ਦੋਨੇ ਬਾਹਰੋਂ ਆਏ ਹੋਏ ਧਾੜਵੀ।
ਤੇ ਗੁਰੂ ਨਾਨਕ ਸਾਹਿਬ ਨੇ ਉਹਦਾ ਜ਼ਿਕਰ ਵੀ ਕੀਤਾ ਬਾਣੀ ਦੇ ਵਿੱਚ, ਮੁਗਲ ਪਠਾਨਾਂ ਪਈ ਲੜਾਈ, ਰਣ ਤੇਗ ਬਹਾਦਰ। ਆਪਾਂ ਪਿਛਲੇ ਐਪੀਸੋਡ ਜ਼ਿਕਰ ਕੀਤਾ, ਇਸ ਕਰਕੇ ਮੈਂ ਵਿਸਤਾਰ 'ਚ ਨਹੀਂ ਜਾਣਾ। ਪਰ ਸਤਿਗੁਰੂ ਜੀ ਨੇ ਉਹ ਸਾਰਾ ਕੁਝ ਦੇਖ ਕੇ, ਚੇਤਾਵਨੀ ਦੇ ਕੇ ਕਿ ਇੱਕ ਤਾਂ ਆਪਣੀ ਰਾਜਨੀਤੀ ਪੜ੍ਹੀ ਜਾਵੇ, ਰਾਜਨੀਤੀ ਸਮਝੀ ਜਾਵੇ, ਆਪਣੇ ਆਪ ਨੂੰ ਤਾਕਤਵਰ ਕੀਤਾ ਜਾਵੇ, ਇਕਮੁੱਠ ਕੀਤਾ ਜਾਵੇ, ਇਕੱਠ ਕੀਤਾ ਜਾਵੇ, ਛੋਟੀਆਂ ਛੋਟੀਆਂ ਰਿਆਸਤਾਂ ਦੀ ਥਾਂ ਤੇ ਇੱਕ ਵੱਡੀ ਤਾਕਤ ਖੜੀ ਕੀਤੀ ਜਾਵੇ, ਵੱਡੀ ਫੌਜੀ ਸ਼ਕਤੀ ਖੜੀ ਕੀਤੀ ਜਾਵੇ। ਤੇ ਗੁਰੂ ਨਾਨਕ ਸਾਹਿਬ ਨੇ ਗੱਲ ਕਹਿਣੀ ਸ਼ੁਰੂ ਕੀਤੀ। ਗੁਰੂ ਨਾਨਕ ਸਾਹਿਬ ਨੇ ਜਦੋਂ ਚਤਨ ਕਰਕੇ ਹੌਲੀ ਹੌਲੀ ਸਿੱਖਾਂ ਨੂੰ ਇਸ ਪੱਖੋਂ, ਰਾਜਨੀਤੀ ਪੱਖੋਂ ਚਤਨ ਕੀਤਾ ਨਾ, ਤੇ ਜਿਹੜੀਆਂ ਸਰਕਾਰਾਂ ਸਨ ਬਾਹਰ ਲੱਖ ਧਾੜੀਆਂ ਦੀ ਸਰਕਾਰਾਂ ਬੈਠੀਆਂ, ਮੁਗਲਾਂ ਦੀ ਸਰਕਾਰ ਜਿਹੜੀ ਆ ਕੇ ਬੈਠ ਗਈ ਸੀ, ਬਾਬਰ, ਬਾਬਰ ਤੋਂ ਬਾਅਦ ਉਹਦਾ ਪੁੱਤਰ ਹਮਾਜੂ, ਹਮਾਜੂ ਦਾ ਪੁੱਤਰ ਅਕਬਰ, ਅਕਬਰ ਦਾ ਪੁੱਤਰ ਜਹਾਂਗੀਰ, ਜਹਾਂਗੀਰ ਦਾ ਪੁੱਤਰ ਸ਼ਾਹਜਹਾਨ, ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ, ਇਹ ਜਿਹੜੀਆਂ ਬਾਹਰੋਂ ਆ ਕੇ ਸਰਕਾਰਾਂ ਬਣ ਗਈਆਂ, ਪਿਤਾ ਪੁਰਖੀ ਸਰਕਾਰਾਂ ਬਣ ਗਈਆਂ। ਹਿੰਦੁਸਤਾਨ ਦੇ ਉੱਤੇ ਬਾਹਰੋਂ ਆਏ ਹੋਏ ਲੋਕ, ਖੁਰਾਸਾਨ ਤੋਂ ਆਏ ਹੋਏ ਲੋਕ ਜਦੋਂ ਹਿੰਦੁਸਤਾਨ ਦੇ ਮਾਲਕ ਬਣ ਬੈਠੇ ਸਨ, ਤਾਂ ਉਹਨਾਂ ਦੇਖਿਆ ਕਿ ਇੱਥੇ ਤਾਂ ਹੋਰ ਕੋਈ ਨਹੀਂ, ਆਹ ਸ਼ਕਤੀ ਇੱਕ ਉੱਠ ਰਹੀ ਹੈ, ਰਾਜਨੀਤਿਕ ਤੌਰ ਤੇ ਚਤਨ ਹੋ ਰਹੇ ਲੋਕ ਨੇ। ਉਹਨਾਂ ਨੇ ਸਿੱਖ ਧਰਮ ਨੂੰ ਵੈਰ ਕਰਨਾ ਸ਼ੁਰੂ ਕਰ, ਸਿੱਖ ਲਹਿਰ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ ਤੇ ਤੱਤੀ ਲੋਹ ਦੇ ਤਸੀਹੇ ਦੇ ਕੇ ਸ਼ਹੀਦ ਵੀ ਕੀਤਾ। ਜਦੋਂ ਸ਼ਹਾਦਤਾਂ ਦੇ ਗੱਲ ਪਹੁੰਚ ਗਈ, ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ, ਤੇ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਨਾਲ ਨਾਲ ਫੌਜੀ ਸ਼ਕਤੀ ਜਿਹਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਰਨੀ ਸ਼ੁਰੂ ਕੀਤੀ ਸੀ ਪਹਿਲਾਂ ਸਿਧਾਂਤਕ ਤੌਰ ਤੇ, ਉਹਨੂੰ ਪ੍ਰੈਕਟੀਕਲ ਤੌਰ ਤੇ ਕਰਨਾ ਸ਼ੁਰੂ ਕਰ ਦਿੱਤਾ। ਚੰਗਾ ਘੋੜਾ, ਚੰਗਾ ਸ਼ਸਤਰ, ਚੰਗਾ ਨੌਜਵਾਨ ਗੁਰੂ ਦੀ ਪਹਿਲੀ ਪਸੰਦ ਹੋ ਗਿਆ, ਫੌਜ ਬਣਨੀ ਸ਼ੁਰੂ ਹੋ ਗਈ। ਤੇ ਉਹਨੂੰ ਅਗਵਾਈ ਦੇਣ ਦੇ ਲਈ ਇੱਕ ਸੈਂਟਰ ਦੀ ਲੋੜ ਸੀ। ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਵੀ ਸਿਰਜਣਾ ਕਰ ਦਿੱਤੀ, ਔਰ ਅਕਾਲ ਤਖ਼ਤ ਦੀ ਸਾਹਿਬ ਦੀ ਸਿਰਜਣਾ ਕਰਨ ਲੱਗੇ ਸਾਡਾ ਇਤਿਹਾਸ ਗਵਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੋਨੇ ਸਿੱਖਾਂ ਦੇ ਵਿੱਚ ਵੱਡੇ ਵਿਦਵਾਨ ਸਮਝੇ ਜਾਂਦੇ ਨੇ, ਦੋਨੇ ਸਿੱਖਾਂ 'ਚ ਵੱਡੇ ਬ੍ਰਹਮ ਗਿਆਨੀ ਸਮਝੇ ਜਾਂਦੇ ਨੇ, ਦੋਵਾਂ ਦਾ ਦਰਜਾ ਸਭ ਤੋਂ ਉੱਤਮ ਹੈ। ਭਾਈ ਤੁਸੀਂ ਦੋਵਾਂ ਨੇ ਅਕਾਲ ਤਖ਼ਤ ਬਣਾਉਣਾ ਹੈ। ਤੇ ਅਕਾਲ ਤਖ਼ਤ ਦਾ ਜਿਹੜਾ ਮੁੱਢਲਾ ਥੜਾ ਸੀਗਾ, ਜਿਹੜਾ ਪਹਿਲਾ ਥੜਾ ਬਣਾਇਆ ਗਿਆ ਸੀ, ਇੱਕ ਥੜੇ ਦੇ ਰੂਪ 'ਚ ਹੀ ਅਕਾਲ ਤਖ਼ਤ ਸੀਗਾ, ਔਰ ਜਿਹੜਾ ਥੜਾ ਪਹਿਲਾਂ ਬਣਾਇਆ ਗਿਆ ਸੀ ਅਕਾਲ ਤਖ਼ਤ ਸਾਹਿਬ ਦਾ, ਜਿਹਨੂੰ ਅਕਾਲ ਬੁੰਗਾ ਨਾਂ ਦਿੱਤਾ ਸੀ ਉਦੋਂ, ਉਹ ਸਿਰਫ ਬਾਬਾ ਬੁੱਢਾ ਜੀ ਨੇ ਤੇ ਭਾਈ ਗੁਰਦਾਸ ਨੇ ਬਣਾਇਆ। ਸਾਡੇ ਕੋਲ ਗਵਾਹੀ ਹੈ ਇਤਿਹਾਸ ਦੀ ਕਿ ਬੁੱਢੇ ਤੇ ਗੁਰਦਾਸ ਬਣਾਇਓ, ਕਿਸੇ ਰਾਜ ਨਾਲ ਹੱਥ ਲਗਾਇਓ, ਕਿਸੇ ਰਾਜ ਨੇ, ਕਿਸੇ ਕਾਰੀਗਰ ਨੇ ਹੱਥ ਨਹੀਂ ਚਲਾਇਆ। ਕਾਰਨ ਕੀ ਸੀ? ਕਿਸੇ ਹੋਰ ਕਾਰੀਗਰ ਦੇ ਹੱਥ ਲਾਇਆ ਭਿੱਟ ਨਹੀਂ ਸੀ ਚੱਲਿਆ ਅਕਾਲ ਤਖ਼ਤ ਸਾਹਿਬ, ਥੜੇ ਨੇ ਭਿੱਟ ਨਹੀਂ ਜਾਣਾ। ਜੇ ਬਾਕੀ ਸਾਰੀ ਕਾਰ ਸੇਵਾ ਸਾਰੇ ਰਾਜ ਕਰ ਸਕਦੇ, ਕਾਰੀਗਰ ਕਰ ਸਕਦੇ, ਤੇ ਕਰਨੀ ਚਾਹੀਦੀ ਸੀ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਮਨ ਦੇ ਵਿੱਚ ਜਿਹੜੇ ਰਾਜਨੀਤੀ ਨੂੰ, ਰਾਜਨੀਤਿਕ ਕੇਂਦਰਾਂ ਨੂੰ, ਰਾਜਨੀਤਿਕ ਸਥਾਨਾਂ ਨੂੰ ਨੀਵਾਂ ਸਮਝਦੇ ਸਨ, ਉਹਨਾਂ ਨੂੰ ਦਰਸਾਉਣਾ ਚਾਹੁੰਦੇ ਸਨ ਕਿ ਰਾਜਨੀਤਿਕ ਕੇਂਦਰ ਜਿੱਥੋਂ ਸੱਚੀ ਸੁੱਚੀ ਰਾਜਨੀਤੀ ਹੋਣੀ ਹੈ, ਉਹ ਵੀ ਓਨੇ ਹੀ ਪਵਿੱਤਰ ਨੇ ਜਿੰਨਾ ਪਵਿੱਤਰ ਹਰਿਮੰਦਰ ਹੈ। ਤੇ ਉਹਨੂੰ ਵੀ ਪਵਿੱਤਰ ਇਨਸਾਨ ਹੀ ਬਣਾਉਣਗੇ, ਬ੍ਰਹਮ ਗਿਆਨੀ ਇਨਸਾਨ ਬਣਾ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਸੁਨੇਹਾ ਦੇਣਾ ਚਾਹੁੰਦੇ ਸਨ, ਇਸੇ ਲਈ ਭਾਈ ਬੁੱਢੇ ਤੇ ਭਾਈ ਗੁਰਦਾਸ ਨੂੰ ਕਿਹਾ ਵੀ ਤੁਸੀਂ ਬਣਾਓ, ਬ੍ਰਹਮ ਗਿਆਨੀ ਅਵਸਥਾ ਵਾਲੇ ਤੁਸੀਂ ਬਣਾਓ, ਥੜਾ ਪਹਿਲਾਂ ਉਹਨਾਂ ਨੇ ਬਣਾਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸੁਨੇਹਾ ਦੇਣਾ ਚਾਹੁੰਦੇ ਹਨ ਪ੍ਰੈਕਟੀਕਲ ਤੌਰ ਦੇ ਉੱਤੇ ਕਿ ਰਾਜਨੀਤੀ ਦਾ ਸਥਾਨ ਜਿਹਨੂੰ ਬਣਾਉਣ ਜਾ ਰਹੇ ਹੈ ਅਕਾਲ ਤਖ਼ਤ ਸਾਹਿਬ ਨੂੰ, ਉਹ ਵੀ ਓਡਾ ਹੀ ਪਾਵਨ ਹੈ, ਓਡਾ ਹੀ ਪਵਿੱਤਰ ਹੈ ਜਿੱਦਾਂ ਪਵਿੱਤਰ ਹਰਿਮੰਦਰ ਸਾਹਿਬ ਹੈ। ਬਲਕਿ ਉਦੋਂ ਵੱਧ ਦੀ ਗੱਲ ਉਹਦੇ ਲਈ ਹੈ, ਉਹਦੀ ਮਾਨਤਾ ਉਦੋਂ ਵੱਧ ਦੀ ਗੱਲ ਹੈ। ਗੁਰੂ ਹਰਗੋਬਿੰਦ ਸਾਹਿਬ ਆਪ ਕਰਾ ਕੇ ਸਾਈ, ਜਦੋਂ ਬਣ ਗਿਆ ਥੜਾ, ਉਦੋਂ ਫਿਰ ਕੀ ਕੀਤਾ? ਬਣਵਾਇਆ ਬ੍ਰਹਮ ਗਿਆਨੀਆਂ ਤੋਂ, ਕੱਲੀ ਕੱਲੀ ਇੱਕ ਇੱਕ ਇੱਟ ਬ੍ਰਹਮ ਗਿਆਨੀਆਂ ਨੇ ਰੱਖੀ, ਥੜਾ ਬ੍ਰਹਮ ਗਿਆਨੀ ਨੇ ਬਣਾਇਆ। ਜਦੋਂ ਬਣ ਗਿਆ ਤੇ ਜਦੋਂ ਹਰਗੋਬਿੰਦ ਸਾਹਿਬ ਨੂੰ ਆਖਿਆ ਭਾਈ ਗੁਰਦਾਸ ਜੀ ਥੜਾ ਬਣ ਗਿਆ ਹੈ, ਆਓ ਬੈਠੋ, ਬੈਠ ਕੇ ਤੇ ਬਚਨ ਦਿਓ। ਉਹਨਾਂ ਦੀ ਸ਼ਾਇਦ ਇਹ ਸ਼ਰਧਾ ਹੋਵੇ ਕਿ ਇੱਥੇ ਸ਼ਾਇਦ ਗੁਰੂ ਸਾਹਿਬ ਇਸ ਲਈ ਬਣਾ ਰਹੇ ਨੇ ਕਿ ਇੱਥੇ ਬੈਠ ਕੇ ਉਪਦੇਸ਼ ਦਿਆ ਕਰਨਗੇ। ਅੰਦਰ ਹਰਿਮੰਦਰ ਦੇ ਰਾਜਨੀਤੀ ਦੀ ਗੱਲ ਨਹੀਂ ਕੀਤੀ ਜਾ ਸਕਦੀ, ਕੀਰਤਨ ਦੀਆਂ ਚੌਂਕੀਆਂ ਗੁਰੂ ਅਰਜਨ ਦੇਵ ਜੀ ਬਣਾ ਕੇ ਨੇ, ਉਹ ਉੱਦਾਂ ਹੀ ਚੱਲਣੀਆਂ ਨੇ, ਬਾਹਰ ਬੈਠ ਕੇ ਇੱਦਾਂ ਦੀ ਉਪਦੇਸ਼ ਦੀ ਗੱਲ ਕੀਤੀ ਜਾਊਗੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀਆਂ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਪਾਈਆਂ ਸੀ ਨਾ, ਉਹਨਾਂ ਚੋਂ ਮੀਰੀ ਦੀ ਕਿਰਪਾਨ ਕੱਢ ਕੇ, ਉਹਨਾਂ ਚੋਂ ਮੀਰੀ ਦੀ ਕਿਰਪਾਨ ਕੱਢ ਕੇ ਉਸ ਥੜੇ ਦੇ ਉੱਤੇ, ਤਖ਼ਤ ਦੇ ਉੱਤੇ ਰੱਖ ਦਿੱਤੀ, ਉਸ ਥੜੇ ਦੇ ਉੱਤੇ ਰੱਖ ਦਿੱਤੀ। ਤੇ ਭਾਈ ਗੁਰਦਾਸ ਜੀ ਨੇ ਪੁੱਛਿਆ, ਥੜੇ ਦੇ ਉੱਤੇ ਆਪ ਬੈਠੇ ਦੀ ਥਾਂ ਤੇ ਕਿਰਪਾਨ ਕੱਢ ਕੇ ਰੱਖ ਦਿੱਤੀ ਜੇ, ਉਹ ਵੀ ਨੰਗੀ ਕਰਕੇ? ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕਿਉਂਕਿ ਤਖ਼ਤ, ਰਾਜਨੀਤਿਕ ਤਖ਼ਤ ਹਮੇਸ਼ਾ ਤਾਕਤ ਦੇ ਗੁਲਾਮ ਹੁੰਦੇ ਨੇ, ਸ਼ਕਤੀ ਦੇ ਗੁਲਾਮ ਹੁੰਦੇ ਨੇ। ਜਿਹਦੇ ਕੋਲ ਸ਼ਕਤੀ ਹੋਵੇ ਉਹੀ ਤਖ਼ਤ ਤੇ ਬੈਠ ਸਕਦਾ ਹੁੰਦਾ ਹੈ। ਇਸ ਕਰਕੇ ਸ਼ਕਤੀ ਦਾ ਪ੍ਰਤੀਕ ਆਦਿ ਕਾਲ ਤੋਂ ਲੈ ਕੇ ਹਥਿਆਰ ਰਹੇ ਨੇ, ਸ਼ਸਤਰ ਰਹੇ ਨੇ। ਤੇ ਬਸ ਸ਼ਸਤਰ ਕਿਰਪਾਨ ਕੱਢ ਕੇ ਸਰਮੋਰ ਤਖ਼ਤ, ਜਿਹੜਾ ਤਖ਼ਤ ਦੇ ਉੱਤੇ ਸਰਮੋਰ ਜਿਹੜਾ ਸ਼ਸਤਰ ਗਿਣਿਆ ਜਾਂਦਾ ਹੈ, ਕਿਰਪਾਨ ਗਿਣੀ ਜਾਂਦੀ ਉਹਨਾਂ ਸਮੇਂ, ਉਹ ਤਖ਼ਤ ਦੇ ਉੱਤੇ ਰੱਖ ਦਿੱਤਾ ਹੈ। ਉਹ ਪਿਰਤ ਸਿੱਖਾਂ ਨੇ ਅੱਜ ਤੱਕ ਕਾਇਮ ਰੱਖੀ ਹੋਈ ਆ। ਅਕਾਲ ਤਖ਼ਤ, ਸਤਿਗੁਰੂ ਨੇ ਕਿਹਾ ਤਖ਼ਤ ਦੇ ਉੱਤੇ ਤਾਂ ਸ਼ਸਤਰ ਹੀ ਹੋਏਗਾ, ਕਿ ਤਾਕਤ ਬੈਠਦੀ ਹੈ। ਪਰ ਸ਼ਸਤਰ ਨੂੰ ਵਰਤਣਾ ਕਿਵੇਂ ਹੈ, ਵਰਤਣਾ ਕਦੋਂ ਹੈ, ਕਿੱਥੇ ਵਰਤਣਾ ਹੈ, ਕਿਵੇਂ ਵਰਤਣਾ ਹੈ, ਕਿਸ ਹਾਲਾਤ 'ਚ ਵਰਤਣਾ, ਉਹਦੀ ਸੇਧ ਦੇ ਲਈ ਅਸੀਂ ਕੋਲ ਬੈਠਾਂਗੇ ਨੀਵੇਂ ਥਾਂ ਤੇ।
ਗੁਰੂ ਸਾਹਿਬ ਆਪ ਨੀਵੀਂ ਥਾਂ ਤੇ ਬੈਠੇ, ਤਖਤ ਤੋਂ ਥੱਲੇ ਬੈਠੇ, ਥੜੇ ਤੋਂ ਥੱਲੇ ਬੈਠੇ, ਤਖਤ ਦੇ ਉੱਤੇ ਸ਼ਸਤਰ ਨੇ, ਔਰ ਸਿੱਖਾਂ ਨੇ ਪਿਰਤ ਕਾਇਮ ਰੱਖੀ ਹੋਈ ਅੱਜ ਤੱਕ। ਅਕਾਲ ਤਖਤ ਤੇ ਚੱਲ ਜਾਓ, ਉੱਚੇ ਥਾਂ ਤੇ ਸ਼ਸਤਰ ਹੋਣਗੇ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉਦੋਂ ਨੀਵੀਂ ਥਾਂ ਤੇ। ਤਖਤ ਦਮਦਮਾ ਸਾਹਿਬ ਚੱਲ ਜਾਓ, ਸ਼ਸਤਰ ਉੱਚੇ ਥਾਂ ਤੇ ਹੋਣਗੇ, ਪ੍ਰਕਾਸ਼ ਨੀਵੀਂ ਥਾਂ ਤੇ। ਤਖਤ ਕੇਸਗੜ੍ਹ ਚੱਲ ਜਾਓ, ਹਜੂਰ ਸਾਹਿਬ ਚੱਲ ਜਾਓ, ਜਿੱਥੇ ਵੀ ਜਾਓਗੇ ਤੁਹਾਨੂੰ ਸ਼ਸਤਰ ਉੱਚੇ ਥਾਂ ਤੇ ਨਜ਼ਰ ਆਉਣਗੇ। ਸਿੱਖਾਂ ਨੇ ਪਿਰਤ ਕਾਇਮ ਰੱਖੀ ਕਿ ਤਖਤ ਤੇ ਉਹੀ ਬੈਠ ਸਕਦਾ ਹੈ ਜਿਹਦੇ ਕੋਲ ਤਾਕਤ ਹੋਏਗੀ ਹਥਿਆਰਾਂ ਦੀ, ਜਿਹਦੇ ਕੋਲ ਤਾਕਤ ਹੋਏਗੀ, ਸ਼ਕਤੀ ਹੋਏਗੀ, ਤੇ ਸ਼ਕਤੀ ਦਾ ਪ੍ਰਤੀਕ ਹਥਿਆਰ ਨੇ। ਤੋ ਇਹਨਾਂ ਹਥਿਆਰਾਂ ਨੂੰ ਨਾਲ ਲੈ ਕੇ ਤੋਰ ਕੇ ਰਾਜਨੀਤੀ ਕਰਨ ਦੇ ਲਈ ਵੀ, ਆਪਣੀ ਰਾਜਨੀਤੀ ਮਨਾਉਣ ਦੇ ਲਈ ਵੀ ਤੁਹਾਨੂੰ ਸ਼ਕਤੀ ਦੀ ਲੋੜ ਹੈ। ਤੁਹਾਡਾ ਕੋਈ ਲੀਡਰ ਓਡਾ ਹੀ ਵੱਡਾ ਲੀਡਰ ਹੋ ਸਕਦਾ ਹੈ ਜਿੰਨਾ ਤੁਸੀਂ ਉਹਦਾ ਸਾਥ ਦਿਓਗੇ। ਅਸੀਂ ਕਹਿੰਦੇ ਕਈ ਵਾਰ ਸਾਡੇ ਲੀਡਰ ਜੀ ਜਦੋਂ ਬਗਾਨੇ ਲੀਡਰਾਂ ਨਾਲ ਗੱਲ ਕਰਨ ਜਾਂਦੇ ਉਹਦੇ ਬਾਰੇ ਠਹਿਰਦੇ ਨਹੀਂ। ਠਹਿਰ ਭਾਈ ਕਿੱਥੋਂ, ਯਾਰ ਤੁਹਾਡੀ ਮਦਦ ਹੀ ਉਹਨਾਂ ਦੇ ਨਾਲ ਨਹੀਂ, ਤੁਸੀਂ ਤਾਂ ਬਗਾਨਿਆਂ ਨਾਲ ਖੜੇ ਹੋ। ਤੁਸੀਂ ਤਾਂ ਆਪਣੀਆਂ ਸੰਸਥਾਵਾਂ ਨੂੰ, ਆਪਣੇ ਅਦਾਰਿਆਂ ਨੂੰ ਬਚਾਉਣਾ ਹੀ ਨਹੀਂ ਚਾਹੁੰਦੇ। ਤੁਸੀਂ ਤਾਂ ਆਪਣੇ ਅਦਾਰਿਆਂ ਦੇ ਖਿਲਾਫ ਬੋਲ ਰਹੇ ਹੋ, ਤੁਸੀਂ ਤਾਂ ਆਪਣੀਆਂ ਸੰਸਥਾਵਾਂ ਦੇ ਖਿਲਾਫ ਬੋਲ ਰਹੇ ਹੋ, ਤੁਸੀਂ ਤਾਂ ਆਪਣੇ ਲੀਡਰਾਂ ਦੇ, ਆਪਣੇ ਆਗੂਆਂ ਦੇ ਖਿਲਾਫ ਬੋਲ ਰਹੇ ਹੋ। ਤੇ ਖੜੇ ਕਿੱਥੋਂ ਹੋਣਗੇ ਉਹ? ਤੁਹਾਡੀ ਤਾਕਤ ਨਾਲ ਖੜੇ ਹੋਣਾ। ਜਦ ਤੱਕ ਤੁਹਾਡੇ ਕੋਲ ਤਾਕਤ ਨਹੀਂ, ਤੁਸੀਂ ਆਪਣੀ ਰਾਜਨੀਤੀ ਵੀ ਬਣਾ ਨਹੀਂ ਸਕਦੇ, ਤੁਸੀਂ ਆਪਣੀ ਗੱਲ ਨਹੀਂ ਬਣਾ ਸਕਦੇ। ਸੋ ਸਤਿਗੁਰ ਨੇ ਸਾਰੀਆਂ ਸਿੱਖਿਆਵਾਂ ਦਿੱਤੀਆਂ, ਔਰ ਜਦੋਂ ਤਾਕਤ ਆ ਗਈ ਕੋਲ, ਉਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਫੌਜੀ ਸ਼ਕਤੀ ਕਾਇਮ ਕਰ ਲਈ, ਜਦੋਂ ਅਕਾਲ ਤਖਤ ਕਾਇਮ ਕਰ ਲਿਆ, ਜਦੋਂ ਫੌਜ ਕਾਇਮ ਹੋ ਗਈ, ਜਦੋਂ ਚੰਗਾ ਸ਼ਸਤਰ, ਚੰਗਾ ਘੋੜਾ, ਚੰਗਾ ਨੌਜਵਾਨ ਆ ਗਿਆ, ਇੱਕ ਲਾਮਬੰਦੀ ਪੂਰੀ ਹੋ ਗਈ ਫੌਜ ਦੀ, ਤੇ ਫਿਰ ਸਤਿਗੁਰੂ ਨੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਐਲਾਨ ਕਰ ਦਿੱਤਾ, ਹਮਨੇ ਬਾਜ ਨਾ ਉनको ਦੇਣਾ, ਤਾਜ ਬਾਜ ਹਮਨੇ ਸਭ ਲੈਣਾ। ਇਹਨਾਂ ਦੇ ਜਰਨੈਲਾਂ ਦੇ ਬਾਜ ਵੀ ਖੋਲਾ, ਉਹਨਾਂ ਕੋਲ ਬਾਜ ਵੀ ਲਵਾਂਗੇ, ਤਾਜ ਵੀ ਲਵਾਂਗੇ। ਇਹਨਾਂ ਨੂੰ ਤਖਤਾਂ ਤੋਂ, ਜਿਹੜੇ ਤਖਤਾਂ ਨੂੰ ਬਾਹਰੋਂ ਆ ਕੇ ਧਾੜੀ ਵੀ ਮਲ ਕੇ ਬੈਠੇ ਨੇ, ਇਹਨਾਂ ਨੂੰ ਨੇਸ਼ ਤੋਂ ਨਬੂਦ ਕਰ ਦਿਆਂਗੇ। ਸੋ ਸਿੱਖ ਨੇ ਰਾਜਨੀਤੀ ਪੜ੍ਹਨੀ ਹੈ, ਸਮਝਣੀ ਹੈ, ਸ਼ਹਿ ਲਾ ਕੇ ਬੈਠਣਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਿਖਾਇਆ, ਜਦ ਤੱਕ ਸ਼ਹਿ ਲਾ ਕੇ ਨਹੀਂ ਬੈਠਦੇ ਉਦ ਤੱਕ ਤੁਸੀਂ ਸ਼ਿਕਾਰ ਨਹੀਂ ਕਰ ਸਕਦੇ, ਉਦ ਤੱਕ ਪ੍ਰਾਪਤੀਆਂ ਨਹੀਂ ਕਰ ਸਕਦੇ। ਸ਼ੇਰ ਬਹੁਤ ਤਾਕਤਵਰ ਜਾਨਵਰ ਕਰਿਆ, ਹਿਰਨ ਬਹੁਤ ਕਮਜ਼ੋਰ ਹੈ ਉਹਦੇ ਮੁਕਾਬਲੇ 'ਚ, ਪਰ ਹਿਰਨ ਨੂੰ ਮਾਰਨ ਦੇ ਲਈ, ਹਿਰਨ ਦਾ ਸ਼ਿਕਾਰ ਕਰਨ ਦੇ ਲਈ ਵੀ ਸ਼ੇਰ ਸ਼ਹਿ ਲਾ ਕੇ ਬੈਠਦਾ ਹੈ। ਜੋ ਸ਼ਹਿ ਲਾ ਕੇ ਨਾ ਬੈਠੇ ਤੇ ਹਿਰਨ ਦੀ ਦੌੜ ਇੰਨੀ ਤੇਜ਼ ਆ, ਉਹਦੇ ਕਾਬੂ ਹੀ ਨਾ ਆਵੇ। ਤੋ ਸ਼ਹਿ ਲਾ ਕੇ ਬੈਠਣਾ ਸਿਖਾਇਆ ਸਤਿਗੁਰ ਨੇ। ਸ਼ਹਿ ਲਾ ਕੇ ਬੈਠਣਾ ਹੀ ਰਾਜਨੀਤੀ, ਸਮਾਂ ਵਿਚਾਰਨਾ ਹੀ ਰਾਜਨੀਤੀ ਹੈ। ਔਰ ਰਾਜਨੀਤੀ ਪੜ੍ਹਨੀ ਹੈ, ਰਾਜਨੀਤੀ ਸਮਝਣੀ ਹੈ, ਰਾਜਨੀਤੀ ਕਰਨੀ ਹੈ, ਔਰ ਰਾਜਨੀਤੀ ਕਰਕੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਬੈਠਣਾ। ਜਦ ਤੱਕ ਤੁਸੀਂ ਸੱਤਾ ਦੇ ਗਲਿਆਰਿਆਂ 'ਚ ਨਹੀਂ ਬੈਠੋਗੇ, ਸੱਤਾ ਤੁਹਾਡੀ ਨਹੀਂ ਹੋਏਗੀ, ਤੁਹਾਡੀ ਗੱਲ ਨਹੀਂ ਸੁਣੇਗੀ, ਕਾਨੂੰਨ ਤੁਹਾਡੇ ਨਹੀਂ ਹੋਣਗੇ। ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਿਖਾਈ ਵੀ, ਕਰਕੇ ਵੀ ਦਿਖਾਈ। ਬੇਸ਼ੱਕ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਹੋ ਚੁੱਕੀ ਸੀ, ਪਰ ਸੱਤਾ ਦੇ ਗਲਿਆਰੇ 'ਚ ਜਾ ਕੇ ਬੈਠੇ, ਜਹਾਂਗੀਰ ਬਾਦਸ਼ਾਹ ਦੇ ਨਾਲ ਵੀ ਬੈਠੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਤਾਕਤ ਜੋੜ ਕੇ ਬੈਠੇ, ਮੁਕਾਬਲੇ ਦੀ ਤਾਕਤ ਬਣਾ ਕੇ ਬੈਠੇ। ਜੇ ਕਿਤੇ ਹਮਲਾ ਕਰਕੇ ਆਏ ਉਹ, ਉਹਨਾਂ ਨੂੰ 4-4 ਵਾਰੀ ਹਰਾਇਆ ਵੀ, ਪਰ ਫਿਰ ਵੀ ਸੱਤਾ ਦੇ ਗਲਿਆਰਿਆਂ 'ਚ ਬੈਠ ਕੇ ਉਹ ਚੰਦੂ ਜਿਹਨੇ ਗੁਰੂ ਅਰਜਨ ਦੇ ਉੱਤੇ ਜ਼ੁਲਮ ਕੀਤੇ ਸੀ, ਉਹਨੂੰ ਸੱਤਾ ਦੇ ਗਲਿਆਰੇ ਦੇ ਵਿੱਚੋਂ ਫੜ ਕੇ ਲਿਆ ਕੇ ਉਹਦੇ ਨੱਕ 'ਚ ਨਕੇਲ ਪਾ ਕੇ ਲਾਹੌਰ ਦੀਆਂ ਗਲੀਆਂ 'ਚ ਘੁਮਾਇਆ ਵੀ। ਕਿੱਡੀ ਉੱਚੀ ਰਾਜਨੀਤੀ ਹੋ ਗਈ। ਅੱਜ ਤੱਕ ਦੁਨੀਆ ਦੀ ਸ਼ਾਇਦ ਹੀ ਕੋਈ ਹੁਕੂਮਤ ਹੋਵੇ ਜਿਹਨੇ ਆਪਣਾ ਕੋਈ ਵਜ਼ੀਰ, ਜਿਹਨੇ ਕੋਈ ਆਪਣਾ, ਜਿਹੜੇ ਕਿਸੇ ਬਾਦਸ਼ਾਹ ਨੇ, ਕਿਸੇ ਵੱਡੀ ਸ਼ਕਤੀ ਨੇ ਤਾਕਤ ਦੇ ਵਿੱਚ ਹੁੰਦਿਆਂ ਹੋਇਆ ਆਪਣਾ ਕੋਈ ਵਜ਼ੀਰ, ਆਪਣਾ ਕੋਈ ਅਹਿਲਕਾਰ, ਆਪਣੇ ਜਿਨ੍ਹਾਂ ਨੂੰ ਪਹਿਲਾਂ ਬਾਗੀ ਸਮਝਿਆ, ਉਹਦੇ ਹਵਾਲੇ ਕੀਤਾ ਹੋਵੇ। ਦੋ ਉਦਾਹਰਨਾਂ ਸਿੱਖ ਇਤਿਹਾਸ ਦੇ ਵਿੱਚ ਮਿਲਦੀਆਂ ਨੇ, ਕਿੰਨੀ ਉੱਚੀ ਰਾਜਨੀਤੀ ਹੋਈ ਸਿੱਖਾਂ ਦੀ। ਇੱਕ ਵਾਰੀ ਚੰਦੂ ਨੂੰ ਹਵਾਲੇ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ, ਦੂਜੀ ਵਾਰੀ ਲਖਪਤ ਰਾਏ ਨੂੰ ਦਲ ਖਾਲਸਾ ਦੇ ਹਵਾਲੇ ਕੀਤਾ ਗਿਆ। ਸੱਤਾ ਦੇ ਗਲਿਆਰਿਆਂ 'ਚ ਬੈਠ ਕੇ, ਸੱਤਾ ਦੇ ਵਿੱਚ ਜਿਹੜੇ ਤੁਹਾਡੇ ਦੋਖੀ ਬੈਠੇ ਨੇ, ਉਹਨਾਂ ਦੇ ਨੱਕ 'ਚ ਨਕੇਲਾਂ ਪਾਈਆਂ ਗਈਆਂ। ਨੱਕ 'ਚ ਨਕੇਲ ਪਾਉਣ ਦਾ ਮਤਲਬ ਹੀ ਇਹ ਹੈ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਦੱਸਿਆ ਗਿਆ ਕਿ ਤੁਸੀਂ, ਉਹ ਇੱਕ ਸਿੰਬੋਲਿਕ ਗੱਲ ਕੀਤੀ। ਨੱਕ 'ਚ ਨਕੇਲ ਸਿੰਬੋਲਿਕ ਗੱਲ ਹੈ। ਜਿਹੜਾ ਸਾਡੇ ਖਿਲਾਫ ਭੁਗਤੇਗਾ ਉਹ ਕਿਤੇ ਤੁਰਨ ਜੋਗਾ ਨਹੀਂ ਰਹੇਗਾ। ਪਰ ਸੱਤਾ ਦੇ ਗਲਿਆਰਿਆਂ 'ਚ ਬੈਠੇ ਬਿਨਾਂ ਗੱਲ ਨਹੀਂ ਸੀ ਹੋ ਸਕਦੀ। ਸਤਿਗੁਰ ਨੇ ਬੈਠਣਾ ਸਿਖਾਇਆ, ਔਰ ਸਤਿਗੁਰ ਨੇ ਰਾਜਨੀਤੀ ਪੜ੍ਹਨੀ ਸਿਖਾਈ, ਸਤਿਗੁਰ ਨੇ ਰਾਜਨੀਤੀ ਸਮਝਣੀ ਸਿਖਾਈ, ਸਤਿਗੁਰ ਨੇ ਰਾਜਨੀਤੀ ਕਰਨੀ ਸਿਖਾਈ, ਔਰ ਅਕਾਲ ਤਖਤ ਸਾਹਿਬ ਨੂੰ ਰਾਜਨੀਤੀ ਦਾ ਕੇਂਦਰ ਬਣਾ ਦਿੱਤਾ। ਸਤਿਗੁਰ ਨੇ ਆਪ ਬਣਾਇਆ ਰਾਜਨੀਤੀ ਦਾ ਕੇਂਦਰ। ਇੱਕ ਗੱਲ ਹੋਰ, ਸਤਿਗੁਰ ਨੇ ਜਿਹੜੀ ਗੱਲ ਸਾਨੂੰ ਸਮਝਾਈ ਨਾ, ਕਿ ਜਿਹੜੇ ਲੋਕ ਰਾਜਨੀਤਿਕ ਬਰੀਕੀਆਂ ਨਹੀਂ ਸਮਝਦੇ, ਉਹ ਜਿੰਨੇ ਮਰਜ਼ੀ ਧਰਮੀ ਬਣ ਜਾਣ। ਜੇ ਰਾਜਨੀਤਿਕ ਬਰੀਕੀਆਂ ਨਹੀਂ ਸਮਝਦੇ, ਉਹ ਰਾਜ ਦਰਬਾਰਾਂ ਦੇ ਹਾਣੀ ਨਹੀਂ ਬਣ ਸਕਦੇ। ਔਰ ਜਿਹੜੇ ਲੋਕ ਰਾਜ ਦਰਬਾਰਾਂ ਦੇ ਹਾਣੀ ਨਹੀਂ ਬਣਦੇ, ਉਹ ਸੱਤਾ ਦਾ ਸੁੱਖ ਵੀ ਨਹੀਂ ਭੋਗ ਸਕਦੇ।
ਸੱਤਾ ਦਾ ਸੁੱਖ ਉਹੀ ਭੋਗ ਸਕਦੇ ਆ ਜਿਹੜੇ ਸੱਤਾ ਦੇ ਗਲਿਆਰਿਆਂ ਵਿੱਚ ਬੈਠਣਗੇ। ਜੇ ਰਾਜਨੀਤਿਕ ਸ਼ਕਤੀ ਹਾਸਲ ਕਰਨੀ ਹੈ, ਇੱਕ ਗੱਲ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਹੋਰ ਕਰਕੇ ਦਿਖਾਈ ਕਿ ਫੌਜੀ ਸ਼ਕਤੀ ਤੁਹਾਡੇ ਕੋਲ ਹੋਣੀ ਚਾਹੀਦੀ। ਫੌਜੀ ਸ਼ਕਤੀ, ਉਦੋਂ ਦੀ ਫੌਜੀ ਸ਼ਕਤੀ ਇੱਕ ਪ੍ਰਤੀਕ ਸੀਗਾ, ਉਦੋਂ ਵੀ ਪ੍ਰਤੀਕ ਨਹੀਂ ਸੀ, ਅੱਜ ਵੀ ਪ੍ਰਤੀਕ ਹੈ। ਦੁਨੀਆ ਦੇ ਵਿੱਚ ਸੁਪਰ ਪਾਵਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਡੈਮੋਕ੍ਰੇਸੀ ਆਪਾਂ ਕਹਿੰਦੇ ਹਾਂ, ਬਹੁਤ ਸਮਾਜ ਗਾਹ ਜਾ ਚੁੱਕਾ, ਪਰ ਸੁਪਰ ਪਾਵਰ ਕੌਣ ਹੈ? ਜਿਹਦੇ ਕੋਲ ਰਾਜਨੀਤਿਕ ਸ਼ਕਤੀ ਜ਼ਿਆਦਾ ਹੈ। ਅਮਰੀਕਾ ਸੁਪਰ ਪਾਵਰ ਕਿਉਂ ਹੈ? ਕਿਉਂਕਿ ਉਹਦੇ ਕੋਲ ਰਾਜਨੀਤਿਕ ਸ਼ਕਤੀ ਜ਼ਿਆਦਾ ਹੈ। ਉਹਦੇ ਕੋਲ ਰਾਜਨੀਤਿਕ ਸ਼ਕਤੀ ਨਹੀਂ ਜ਼ਿਆਦਾ, ਉਹਦੇ ਕੋਲ ਰਾਜਨੀਤਿਕ ਸ਼ਕਤੀ ਵੀ ਕਿਉਂ ਜ਼ਿਆਦਾ ਹੈ? ਕਿਉਂਕਿ ਉਹਦੇ ਕੋਲ ਫੌਜੀ ਸ਼ਕਤੀ ਜ਼ਿਆਦਾ ਹੈ। ਉਹਦੇ ਕੋਲ ਅਤ ਆਧੁਨਿਕ ਹਥਿਆਰ ਨੇ। ਇੱਕੋ ਇੱਕ ਦੇਸ਼ ਹੈ ਦੁਨੀਆ ਦਾ ਜਿਹੜਾ ਦੁਨੀਆ ਦੇ ਕਿਸੇ ਵੀ ਹਿੱਸੇ ਜਾ ਕੇ ਮਾਰ ਕਰ ਸਕਦਾ, ਸ਼ਾਇਦ ਇਸ ਕਰਕੇ ਸੁਪਰ ਪਾਵਰ। ਉਹਦੀ ਹਵਾਈ ਫੌਜ ਬਹੁਤ ਤਕੜੀ ਹੈ, ਉਹਦੇ ਕੋਲ ਜਲ ਸੈਨਾ ਜਿਹੜੀ ਨੇਵੀ ਬਹੁਤ ਤਕੜੀ, ਉਹਦੇ ਕੋਲ ਹਥਿਆਰ ਬਹੁਤ ਤਕੜੇ ਤੇ ਤਾਂ ਕਰਕੇ ਉਹ ਸੁਪਰ ਪਾਵਰ ਹੈ। ਬੇਸ਼ੱਕ ਉਹਨੂੰ ਅਫਗਾਨਿਸਤਾਨ ਚੋਂ ਨਿਕਲਣਾ ਪੈ ਗਿਆ ਅੱਜ ਦੇ ਸਮੇਂ ਦੇ ਵਿੱਚ, ਪਰ ਤੁਸੀਂ ਇਸ ਗੱਲ ਨੂੰ ਤਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਮਰਜ਼ੀ ਉੱਥੇ ਫੇਰ ਹਮਲਾਵਰ ਹੋ ਸਕਦਾ, ਜਦੋਂ ਮਰਜ਼ੀ ਫੇਰ ਹਵਾਈ ਹਮਲਾ ਕਰ ਸਕਦਾ। ਜੇ ਅਮਰੀਕਾ ਸੁਪਰ ਪਾਵਰ ਹੈ, ਉਹ ਵੀ ਇਸੇ ਕਰਕੇ ਹੈ ਕਿ ਉਹਦੇ ਕੋਲ ਹਥਿਆਰ ਜ਼ਿਆਦਾ ਨੇ। ਜੇ ਰਸ਼ੀਆ ਸੁਪਰ ਪਾਵਰ ਹੈ, ਉਹ ਵੀ ਇਸੇ ਕਰਕੇ ਕਿ ਉਹਦੇ ਕੋਲ ਹਥਿਆਰ ਜ਼ਿਆਦਾ ਨੇ। ਜੇ ਚਾਈਨਾ ਸੁਪਰ ਪਾਵਰ ਹੈ, ਉਹ ਵੀ ਇਸੇ ਕਰਕੇ ਕਿ ਉਹਦੇ ਕੋਲ ਹਥਿਆਰ ਤੇ ਫੌਜ ਜ਼ਿਆਦਾ ਨੇ। ਤੇ ਜੇ ਇੰਡੀਆ ਦੀ ਗੱਲ ਕਿਤੇ ਅੱਜ ਸੁਣੀ ਜਾਂਦੀ ਹੈ ਤੇ ਇਸ ਕਰਕੇ ਕਿ ਉਹ ਹਥਿਆਰਾਂ ਨਾਲ ਆਪਣੀ ਫੌਜ ਨੂੰ ਲੈਸ ਕਰ ਰਿਹਾ, ਫੌਜ ਜ਼ਿਆਦਾ ਹੈ। ਤੋ ਰਾਜਨੀਤੀ ਵੀ ਤੁਹਾਡੀ ਉਨੀ ਸੁਣੀ ਜਾਏਗੀ ਜਿੰਨੀ ਤੁਹਾਡੇ ਕੋਲ ਤਾਕਤ ਹੋਏਗੀ। ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਿਖਾਤੀ ਸੀ। ਇੱਥੇ ਇਸੇ ਕਰਕੇ ਰਾਜਨੀਤੀ ਦੇ ਗਲਿਆਰਿਆਂ ਦੇ ਵਿੱਚ ਬੈਠਣ ਤੋਂ ਪਹਿਲਾਂ, ਸੱਤਾ ਦੇ ਗਲਿਆਰਿਆਂ 'ਚ ਬੈਠਣ ਤੋਂ ਪਹਿਲਾਂ ਫੌਜੀ ਸ਼ਕਤੀ ਕਾਇਮ ਕੀਤੀ। ਚੰਗਾ ਜਵਾਨ, ਚੰਗਾ ਘੋੜਾ, ਚੰਗਾ ਸ਼ਸਤਰ ਉਸ ਸਮੇਂ ਦੀ ਇਹ ਸਭ ਤੋਂ ਵੱਡੀ ਗੱਲ। ਚੰਗਾ ਸ਼ਸਤਰ, ਜਿਹੜਾ ਵਧੀਆ ਸ਼ਸਤਰ ਅੱਜ ਦੇ ਸਮੇਂ ਦਾ ਜਿਹੜਾ ਵਧੀਆ ਸ਼ਸਤਰ ਹੋ ਸਕੇ। ਸੋ ਜਦ ਤੱਕ ਤੁਸੀਂ ਕਿਸੇ ਦੇਸ਼ ਦੀ ਫੌਜ ਦੇ ਵਿੱਚ ਸ਼ਾਮਲ ਨਹੀਂ, ਪੁਲਿਸ ਦੇ ਵਿੱਚ ਸ਼ਾਮਲ ਨਹੀਂ, ਮੈਂ ਪਿਛਲੇ ਇੱਕ ਐਪੀਸੋਡ ਵਿੱਚ ਵੀ ਗੱਲ ਕਹੀ ਸੀ, ਅੱਜ ਦੁਹਰਾ ਕੇ ਵੀ ਕਹਿ ਰਿਹਾ, ਉਦੋਂ ਤੱਕ ਤੁਹਾਡੀ ਰਾਜਨੀਤੀ ਵੀ ਬਹੁਤ ਜ਼ਿਆਦਾ ਅਸਰਅੰਦਾਜ਼ ਨਹੀਂ ਹੋ ਸਕਦੀ। ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਉਦੋਂ ਵੀ ਗੁਰੂ ਸਾਹਿਬ ਦੇ ਵੇਲੇ ਵੀ ਸੱਚ ਸੀ, ਇਹ ਅੱਜ ਦੇ ਸਮੇਂ ਦੇ ਵਿੱਚ ਵੀ ਸੱਚ ਸੀ। ਸੋ ਰਾਜਨੀਤੀ ਪੜ੍ਹਨੀ ਹੈ, ਰਾਜਨੀਤੀ ਸਮਝਣੀ ਹੈ, ਰਾਜਨੀਤੀ ਕਰਨੀ ਹੈ। ਔਰ ਰਾਜਨੀਤੀ ਜੇ ਪੜ੍ਹ ਕੇ ਕਰਨੀ ਨਹੀਂ ਤੇ ਫਿਰ ਤਾਂ ਉਹੀ ਗੱਲ ਹੈ ਜਿਹੜੀ ਭਾਈ ਗੁਰਦਾਸ ਜੀ ਨੇ ਆਖੀ ਕਿ ਪੁੱਛਕ ਪੱਥਕ ਤੇ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਉ ਜਾਈਏ, पूछत है वेद खात औखत न संयम सै, कैसे मिटे रोग सुख सहज समाइए, पूछत सुहागन कर्म है दुहागन के, हृदय विचार कत सेजा बुलाइए, गाए सुने आंखें मीचे पाइए ना परम पद, गुरु उपदेश गै जो लौ ना कमाइए, जाते गुरु के उपदेशों को कमावांगे। राजनीति पढ़नी है, राजनीति समझनी है, राजनीति करनी है और राजनीति कौम के भले के लिए करनी। जे सारे ही सिख राजनीति समझन लग पैणगे, इस गल जरा एन ठंडे दिमाग नाल सोचो, जे सारे राजनीति पढ़नगे, सारे राजनीति समझणगे, सारे राजनीति दे बारे भेती हो जाणगे ते कोई भी राजनीतिक आगू तुहानूं कदी गुमराह नहीं कर सकेगा। गुमराह इसे करके हुंदे आ कि राजनीति जानते नहीं ते अपनी जिहड़ी राजनीतिक ताकत हुंदी है, जिहड़ी तुहाडे कोल वोट की पावर अज दे समय 'च मिली है, ਉਹਨੂੰ ਤੁਸੀਂ ਬਿਲਕੁਲ ਨਿੱਕੇ ਨਿੱਕੇ ਹਿੱਤਾਂ ਦੇ ਲਈ, ਨਿੱਕੇ ਨਿੱਕੇ ਧੜਿਆਂ ਦੇ ਲਈ ਉਹਨੂੰ ਵੇਚ ਦਿੰਦੇ। ਉਹਦਾ ਸਹੀ ਇਸਤੇਮਾਲ ਨਹੀਂ ਹੁੰਦਾ ਤੁਹਾਡੀ ਤਾਕਤ ਤੋਂ। ਰਾਜਨੀਤੀ ਸਮਝਣੀ ਹੈ, ਰਾਜਨੀਤੀ ਪੜ੍ਹਨੀ ਹੈ, ਰਾਜਨੀਤੀ ਸਿੱਖਣੀ ਹੈ, ਰਾਜਨੀਤੀ ਕਰਨੀ ਹੈ, ਪਰ ਰਾਜਨੀਤੀ ਕਰਦਿਆਂ ਕਰਦਿਆਂ ਆਪਣਾ ਵਿਹਾਰ ਇਹੋ ਜਿਹਾ ਨਹੀਂ ਕਰਨਾ कि जिहड़ा विहार सतगुरु ने विवर्जित आख्या है, अपनी कौम नूं, अपने भाईचारे नूं दुखां 'च फसाई जाना ते आप उहदे चों लाहे लई जाने। बिल्कुल सतगुरु ने जिहड़ा वरजिया है कि जे इदां करदा है कि पढ़ लिख के ते फिर समझ लो जिन्हों लभ लोभ हंकार है वो पढ़िया मूर्ख आखी वाली गल है। मेरे ख्याल समा हो गया, खिमा जाचना जी। वाहिगुरू जी का खालसा, वाहिगुरू जी की फतेह।